ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ABP ਸਾਂਝਾ ਤੇ ਸਾਂਝਾ ਸਪੈਸ਼ਲ 'ਚ ਅੱਜ ਗੱਲ ਕਰਾਂਗੇ ਭਾਰਤ ਨੂੰ ਮਿਲੀ ਕੂਟਨੀਤਿਕ ਜਿੱਤ ਦੀ। ਜੀ ਹਾਂ, ਕੁਲਭੂਸ਼ਣ ਯਾਦਵ ਮਾਮਲੇ ਦੇ ਵਿੱਚ ਅੰਤਰਰਾਸ਼ਟਰੀ ਅਦਾਲਤ ਨੇ ਇੱਕ ਵਾਰ ਮੁੜ ਤੋਂ ਭਾਰਤ ਦੇ ਹੱਕ 'ਚ ਫੈਸਲਾ ਸੁਣਾਇਆ। ਦਰਅਸਲ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਕੁਲਭੂਸ਼ਣ ਯਾਦਵ ਨੂੰ ਗ੍ਰਿਫਤਾਰ ਕਰਕੇ ਉਸ ਤੇ ਜਾਸੂਸੀ ਦੇ ਇਲਜ਼ਾਮਾਂ ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਭਾਰਤ ਨੇ ਫਾਂਸੀ ਦੀ ਸਜ਼ਾ ਦੇ ਖਿਲਾਫ ਅੰਤਰਰਾਸ਼ਟਰੀ ਅਦਾਲਤ ਵਿੱਚ ਕੂਚ ਕੀਤੀ ਸੀ ਤੇ ਹੁਣ ਅਦਾਲਤ ਨੇ ਇਸ ਸਜ਼ਾ ਦੇ ਉੱਪਰ ਰੋਕ ਬਰਕਰਾਰ ਰੱਖੀ ਹੈ। ਕੁਲਭੂਸ਼ਣ ਯਾਦਵ ਮਾਮਲੇ 'ਚ ਅੰਤਰਰਾਸ਼ਟਰੀ ਅਦਾਲਤ ਨੇ ਇੱਕ ਵਾਰ ਮੁੜ ਤੋਂ ਭਾਰਤ ਦੇ ਹੱਕ 'ਚ ਫੈਸਲਾ ਸੁਣਾਇਆ। ਯਾਦਵ ਨੂੰ ਪਾਕਿਸਤਾਨੀ ਫੌਜੀ ਅਦਾਲਤ ਵੱਲੋਂ ਦਿੱਤੀ ਗਈ ਫਾਂਸੀ ਦੀ ਸਜ਼ਾ ਤੇ ਰੋਕ ਬਰਕਰਾਰ ਰੱਖੀ ਹੈ। ਅਦਾਲਤ 'ਚ 16 ਚੋਂ 15 ਜੱਜਾਂ ਨੇ ਭਾਰਤ ਦੇ ਹੱਕ 'ਚ ਫੈਸਲਾ ਸੁਣਾਇਆ। ਚੀਫ ਜਸਟਿਸ ਅਬਦੁਲ ਕਾਵੀ ਅਹਿਮਦ ਯੂਸਫ ਨੇ 42 ਪੰਨਿਆਂ ਦਾ ਫੈਸਲਾ ਪੜ੍ਹਦੇ ਹੋਏ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਪ੍ਰਭਾਵੀ ਢੰਗ ਨਾਲ ਆਪਣੇ ਫੈਸਲੇ ਦੀ ਸਮੀਖਿਆ ਅਤੇ ਮੁੜ ਵਿਚਾਰ ਨਹੀਂ ਕਰ ਲੈਂਦਾ, ਉਦੋਂ ਤੱਕ ਸਜ਼ਾ ਤੇ ਰੋਕ ਬਰਕਰਾਰ ਰਹੇਗੀ। ਅੰਤਰਰਾਸ਼ਟਰੀ ਅਦਾਲਤ ਨੇ ਪਾਇਆ ਕਿ ਪਾਕਿਸਤਾਨ ਨੇ ਭਾਰਤ ਨੂੰ ਕੁਲਭੂਸ਼ਣ ਯਾਦਵ ਨਾਲ ਸੰਪਰਕ ਕਰਨ ਅਤੇ ਉਹਨਾਂ ਨੂੰ ਹਿਰਾਸਤ 'ਚ ਲੈਣ ਦੇ ਅਧਿਕਾਰ ਤੋਂ ਵੰਚਿਤ ਰੱਖਿਆ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਪਾਕਿਸਤਾਨ ਨੇ ਆਪਣੇ ਕਾਨੂੰਨੀ ਨੁਮਾਇੰਦਿਆਂ ਦੇ ਲਈ ਪ੍ਰਬੰਧ ਕਰਨ ਅਤੇ ਕੰਸੂਲਰ ਰਿਲੇਸ਼ਨ ਤੇ ਵਿਆਨਾ ਸਮਝੌਤੇ ਦੇ ਤਹਿਤ ਇਸ ਦੇ ਫਰਜ਼ਾਂ ਦੀ ਉਲੰਘਣਾ ਕੀਤੀ ਹੈ ਤੇ ਹੁਣ ਕੁਲਭੂਸ਼ਣ ਯਾਦਵ ਨੂੰ ਕਾਉਂਸਲ ਐਕਸੈਸ ਮਿਲ ਗਿਆ ਤੇ ਹੁਣ ਉਹਨਾਂ ਨੂੰ ਸਰਕਾਰੀ ਵਕੀਲ ਵੀ ਦਿੱਤਾ ਜਾਵੇਗਾ। ਕੁਲਭੂਸ਼ਣ ਮਾਮਲੇ 'ਚ ਭਾਰਤ ਨੇ ਆਪਣਾ ਪੱਖ ਰੱਖਦਿਆਂ ਕਿਹਾ ਸੀ, ਪਾਕਿਸਤਾਨ ਨੇ ਇਸ ਮਾਮਲੇ 'ਚ ਵਿਆਨਾ ਸਮਝੌਤੇ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਨੂੰ ਚਾਹੀਦਾ ਸੀ ਕਿ ਯਾਦਵ ਦੀ ਗ੍ਰਿਫਤਾਰੀ ਤੋਂ ਪਹਿਲਾਂ ਅਤੇ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਕਾਉਂਸਲ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ। ਭਾਰਤੀ ਅਧਿਕਾਰੀਆਂ ਨੂੰ ਯਾਦਵ ਨਾਲ ਮਿਲਣ ਨਹੀਂ ਦਿੱਤਾ ਗਿਆ, ਜਿਸ ਕਾਰਨ ਯਾਦਵ ਆਪਣਾ ਪੱਖ ਸਾਹਮਣੇ ਨਹੀਂ ਰੱਖ ਸਕੇ। ਯਾਦਵ ਨੂੰ ਪਾਕਿਸਤਾਨ ਨੇ 3 ਮਾਰਚ 2016 ਨੂੰ ਗ੍ਰਿਫਤਾਰ ਕੀਤਾ ਤੇ ਭਾਰਤ ਨੂੰ ਇਸ ਦੀ ਜਾਣਕਾਰੀ 25 ਮਾਰਚ 2016 ਨੂੰ ਦਿੱਤੀ ਗਈ। ਵਿਆਨਾ ਸਮਝੌਤੇ ਮੁਤਾਬਕ ਗ੍ਰਿਫਤਾਰੀ ਦੀ ਸੂਚਨਾ ਤੁਰੰਤ ਭਾਰਤ ਨੂੰ ਦੇਣੀ ਚਾਹੀਦੀ ਸੀ। ਯਾਦਵ ਨੂੰ ਪਾਕਿਸਤਾਨ ਨੇ ਈਰਾਨ ਤੋਂ ਕਿਡਨੈਪ ਕੀਤਾ, ਜੋ ਵਪਾਰ ਦੇ ਸਬੰਧ 'ਚ ਵਿਦੇਸ਼ ਗਿਆ ਹੋਇਆ ਸੀ। ਪਾਕਿਸਤਾਨ ਨੇ ਭਾਰਤ ਨੂੰ ਇਹ ਵੀ ਨਹੀਂ ਦੱਸਿਆ ਕਿ ਯਾਦਵ ਨੇ ਕਿਸੇ ਤਰ੍ਹਾਂ ਦੀ ਕੋਈ ਕੋਰਟ 'ਚ ਅਪੀਲ ਕੀਤੀ ਹੈ ਜਾਂ ਨਹੀਂ। ਇੱਕ ਵਿਦੇਸ਼ੀ ਨਾਗਰਿਕ ਤੇ ਫੌਜੀ ਅਦਾਲਤ 'ਚ ਮਾਮਲਾ ਚਲਾਉਣਾ ਆਪਣੇ ਆਪ 'ਚ ICC PR ਦੀ ਉਲੰਘਣਾ ਕਰਨਾ ਹੈ। ਪਾਕਿਸਤਾਨ ਨੇ ਅੰਤਰਰਾਸ਼ਟਰੀ ਕਾਨੂੰਨ ਦਾ ਮਜ਼ਾਕ ਉਡਾਇਆ। ਉਧਰ ਪਾਕਿਸਤਾਨ ਨੇ ਅੰਤਰਰਾਸ਼ਟਰੀ ਅਦਾਲਤ 'ਚ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਸੀ, ਕੁਲਭੂਸ਼ਣ ਯਾਦਵ ਬਿਜ਼ਨਸਮੈਨ ਨਹੀਂ ਬਲਕਿ ਇੱਕ ਜਾਸੂਸ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਯਾਦਵ ਨੂੰ 3 ਮਾਰਚ 2016 ਨੂੰ ਬਲੋਚਿਸਤਾਨ ਤੋਂ ਗ੍ਰਿਫਤਾਰ ਕੀਤਾ ਗਿਆ। ਕੁਲਭੂਸ਼ਣ ਯਾਦਵ ਈਰਾਨ ਰਾਹੀਂ ਪਾਕਿਸਤਾਨ 'ਚ ਦਾਖਲ ਹੋਇਆ ਸੀ। ਯਾਦਵ ਦਾ ਮਕਸਦ ਸੀ ਭਾਰਤ ਲਈ ਜਾਸੂਸੀ ਕਰਨਾ। ਪਾਕਿਸਤਾਨ ਮੁਤਾਬਕ ਭਾਰਤ ਆਪਣੇ ਜਾਸੂਸ ਯਾਦਵ ਤੋਂ ਸਾਡੀ ਖੂਫੀਆ ਜਾਣਕਾਰੀ ਕਢਵਾਉਣਾ ਚਾਹੁੰਦਾ ਸੀ। ਪਾਕਿਸਤਾਨ ਮੁਤਾਬਕ ਜਾਸੂਸੀ ਤੇ ਸੁਰੱਖਿਆ ਨਾਲ ਮਾਮਲਾ ਜੁੜਿਆ ਹੋਇਆ ਸੀ, ਇਸ ਲਈ ਮੁਲਜ਼ਮ ਨੂੰ ਕਾਉਂਸਲਰ ਐਕਸੈਸ ਦੀ ਸੁਵਿਧਾ ਨਹੀਂ ਦਿੱਤੀ ਜਾ ਸਕਦੀ ਸੀ। ਪਾਕਿਸਤਾਨ ਨੇ ਕਿਹਾ ਸੀ ਕਿ ਇਹ ਮਾਮਲਾ ਦੇਸ਼ ਸੁਰੱਖਿਆ ਅਤੇ ਅੱਤਵਾਦ ਦੇ ਮੁੱਦੇ ਨਾਲ ਜੁੜਿਆ ਹੋਇਆ, ਇਸ ਵਿੱਚ ਅੰਤਰਰਾਸ਼ਟਰੀ ਕੋਰਟ ਦਾ ਦਖਲ ਨਹੀਂ ਬਣਦਾ। With regard to India's submission that the court declared that the sentence handed down by Pakistan's military court is violative of international law and the provisions of the Vienna Convention, the court recalls that its jurisdiction has its basis in Article 1 of the optional protocol. This jurisdiction is limited to the interpretation or application of the Vienna Convention and does not extend to India's claims based on any other rules of international law. India refers to Article 14 of the International Covenant on Civil and Political Rights to support its requests for remedies. In accordance with the rule reflected in Article 31, paragraph 3C of the Vienna Convention on the Law of Treaties, the covenant may be taken into account together with the context for the interpretation of the Vienna Convention on Consular Relations. The court notes, however, that the remedy to be ordered in this case has the purpose of providing reparation only for the injury caused by the internationally wrongful act of Pakistan
that falls within the court's jurisdiction, namely its breach of obligations under Article 36 of the Vienna Convention on Consular Relations and not of the Covenant. As regards India's claim based on the Vienna Convention, the court considers that it's not the conviction and sentence of Mr. Jadhav which are to be regarded as a violation of the provisions of the Vienna Convention. In the Avena case, the court confirmed that, and I quote, "The case before it concerns Article 36 of the Vienna Convention and not the correctness as such of any conviction or sentencing." ਭਾਰਤ ਅੰਤਰਰਾਸ਼ਟਰੀ ਪੱਧਰ ਤੇ ਇਸ ਕੂਟਨੀਤਿਕ ਜਿੱਤ ਦੇ ਨਾਲ ਸੱਚ ਦੀ ਲੜਾਈ ਲੜੇਗਾ ਅਤੇ ਕੁਲਭੂਸ਼ਣ ਯਾਦਵ ਨੂੰ ਜਲਦ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾ ਕਰਵਾਏਗਾ। ਪਾਕਿਸਤਾਨ ਨੇ ਕੁਲਭੂਸ਼ਣ ਯਾਦਵ ਨੂੰ 3 ਮਾਰਚ 2016 ਨੂੰ ਗ੍ਰਿਫਤਾਰ ਕੀਤਾ ਸੀ ਤੇ ਭਾਰਤ ਨੂੰ ਇਸ ਦੀ ਜਾਣਕਾਰੀ 25 ਮਾਰਚ ਨੂੰ ਦਿੱਤੀ ਸੀ, ਜਿਸ ਦਾ ਭਾਰਤ ਨੇ ਕਾਫੀ ਵਿਰੋਧ ਕੀਤਾ ਸੀ। ਉਸ ਤੋਂ ਬਾਅਦ 8 ਮਈ 2017 ਨੂੰ ਪਾਕਿਸਤਾਨ ਨੇ ਕੁਲਭੂਸ਼ਣ ਯਾਦਵ ਨੂੰ ਫਾਂਸੀ ਦੀ ਸਜ਼ਾ ਦਿੱਤੀ, ਜਿਸ ਤੋਂ ਬਾਅਦ ਭਾਰਤ ਦੇ ਵਿੱਚ ਖਲਬਲੀ ਮਚ ਗਈ। ਭਾਰਤ ਵੀ ਫਰੰਟ ਫੁੱਟ ਤੇ ਆਇਆ ਤੇ ਕੀ ਇਸ ਮਾਮਲੇ ਦੇ ਵਿੱਚ ਪੂਰਾ ਹੋਇਆ, ਆਓ ਦੇਖਦੇ ਹਾਂ। ਕੁਲਭੂਸ਼ਣ ਯਾਦਵ ਨੂੰ ਪਾਕਿਸਤਾਨ ਨੇ 3 ਮਾਰਚ 2016 ਨੂੰ ਹਿਰਾਸਤ 'ਚ ਲਿਆ। ਤਕਰੀਬਨ ਸਾਲ ਬਾਅਦ ਅਪ੍ਰੈਲ 2017 ਚ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਕੁਲਭੂਸ਼ਣ ਯਾਦਵ ਨੂੰ ਮੌਤ ਦੀ ਸਜ਼ਾ ਸੁਣਾਈ। ਇਲਜ਼ਾਮ ਲਗਾਏ ਅੱਤਵਾਦ ਅਤੇ ਜਾਸੂਸੀ ਕਰਨ ਦੇ। ਪਾਕਿਸਤਾਨ ਦੇ ਇਸ ਫੈਸਲੇ ਨਾਲ ਉਧਰ ਭਾਰਤ 'ਚ ਖਲਬਲੀ ਮਚ ਗਈ। ਦੇਸ਼ ਦੀ ਸੰਸਦ 'ਚ ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਦਾ ਮੁੱਦਾ ਚੁੱਕਿਆ ਅਤੇ ਐਲਾਨ ਕੀਤਾ ਕਿ ਉਹ ਭਾਰਤ ਦੇ ਵੀਰ ਨੂੰ ਬਚਾਉਣ ਦੇ ਲਈ ਪੁਰਜ਼ੋਰ ਕੋਸ਼ਿਸ਼ ਕਰਨਗੇ, ਚਾਹੇ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਕਿਉਂ ਨਾ ਚੁੱਕਣਾ ਪਵੇ। पूरे केस में इसको बचाने के लिए जो भी करना पड़ेगा आउट ऑफ द वे जाके हम लोग करेंगे। और मैं आपको ये बता दूं, जिस दिन से ये घटना घटी है तब से लेकर लगातार मैं उनके लोगों के संपर्क में हूँ, उनके माता पिता के संपर्क में हूँ। 3 बार उन्हें यहाँ मिल चुकी हूँ, कम से कम 6 बार उनसे फोन पे बात कर चुकी हूँ। और अभी इस घटना से पहले कोई संयोग था, पिछले मंगलवार भी, सोमवार और मंगलवार दोनों दिन मैं उनसे यहाँ मिली हूँ। इसलिए हम लोग बिल्कुल संपर्क में हैं। ये विषय पूरे, अब वो केवल अपने माता पिता का बेटा नहीं है, वो पूरे हिंदुस्तान का बेटा है। और हिंदुस्तान के इस बेटे को बचाने के लिए सुप्रीम कोर्ट की अपील या अच्छा वकील खड़ा करना तो बहुत छोटी बात है भाईजान। हम लोग प्रेसिडेंट तक भी जो बात करनी वो भी करेंगे और किसी ना किसी तरह से इस जादव को बचाने का काम करेंगे। ਪਾਕਿਸਤਾਨ ਦੇ ਇਸ ਫੈਸਲੇ ਦਾ ਭਾਰਤ 'ਚ ਲਗਾਤਾਰ ਵਿਰੋਧ ਹੋ ਰਿਹਾ ਸੀ। ਸਭ ਨੂੰ ਚਿੰਤਾ ਸੀ ਕਿ ਰਿਟਾਇਰ ਅਫਸਰ ਬੇਕਸੂਰ ਨਾ ਮਾਰਿਆ ਜਾਵੇ। ਭਾਰਤ ਨੇ ਮਾਮਲੇ 'ਚ ਜਾਂਚ ਆਰੰਭੀ। ਪਾਕਿਸਤਾਨ ਤੇ ਇਲਜ਼ਾਮ ਲਗਾਏ ਕਿ ਕੁਲਭੂਸ਼ਣ ਯਾਦਵ ਨੂੰ ਈਰਾਨ ਤੋਂ ਜ਼ਬਰਨ ਕਿਡਨੈਪ ਕੀਤਾ ਗਿਆ, ਜੋ ਰਿਟਾਇਰ ਹੋਣ ਤੋਂ ਬਾਅਦ ਵਪਾਰ ਸੰਬੰਧੀ ਈਰਾਨ 'ਚ ਗਿਆ ਹੋਇਆ ਸੀ। ਪਰ ਪਾਕਿਸਤਾਨ ਹਰ ਇਹਨਾਂ ਇਲਜ਼ਾਮਾਂ ਨੂੰ ਨਕਾਰਦਾ ਰਿਹਾ। ਬਾਵਜੂਦ ਇਸ ਦੇ ਭਾਰਤ ਨੇ 8 ਮਈ 2017 ਨੂੰ ਪਹਿਲੀ ਵਾਰ ਇਸ ਮਾਮਲੇ ਤੇ ਅੰਤਰਰਾਸ਼ਟਰੀ ਕੋਰਟ ਦਾ ਦਰਵਾਜ਼ਾ ਖਟਖਟਾਇਆ। ਉਸ ਸਮੇਂ ਭਾਰਤ ਦਾ ਇਹ ਪਹਿਲਾ ਕਦਮ ਯਾਦਵ ਨੂੰ ਫਾਂਸੀ ਦੀ ਸਜ਼ਾ ਤੋਂ ਰੋਕ ਲਗਾਉਣਾ ਸੀ, ਜਿਸ 'ਚ ਭਾਰਤ ਕਾਮਯਾਬ ਰਿਹਾ ਤੇ 18 ਮਈ 2017 ਨੂੰ ਅੰਤਰਰਾਸ਼ਟਰੀ ਕੋਰਟ ਨੇ ਕੁਲਭੂਸ਼ਣ ਯਾਦਵ ਦੀ ਸਜ਼ਾ ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ। ਮੌਤ ਦੀ ਸਜ਼ਾ ਤੇ ਸਟੇ ਲੱਗਣ ਦੀ ਖਬਰ ਜਦੋਂ ਭਾਰਤੀ ਟੀਵੀ ਚੈਨਲਾਂ ਤੇ ਬ੍ਰੇਕ ਹੋਈ ਤਾਂ ਸਭ ਦੀਆਂ ਆਸਾਂ ਇੱਕ ਵਾਰ ਮੁੜ ਤੋਂ ਜਾਗ ਗਈਆਂ। ਅਜਿਹਾ ਮਹਿਸੂਸ ਹੋ ਰਿਹਾ ਸੀ ਜਿਵੇਂ ਕਿ ਭਾਰਤ ਨੇ ਪਾਕਿਸਤਾਨ ਤੋਂ ਜੰਗ ਜਿੱਤ ਲਈ ਹੈ। ਕੁਲਭੂਸ਼ਣ ਯਾਦਵ ਦੇ ਪਰਿਵਾਰ ਲਈ ਇੱਕ ਖੁਸ਼ੀ ਦਾ ਲਮਹਾ ਸੀ। ਪਰਿਵਾਰ ਨੇ ਜੇਲ੍ਹ 'ਚ ਬੰਦ ਕੁਲਭੂਸ਼ਣ ਯਾਦਵ ਨਾਲ ਮਿਲਣ ਦੀ ਇੱਛਾ ਜ਼ਾਹਰ ਕੀਤੀ। ਨਵੰਬਰ 2017 'ਚ ਮੁਲਾਕਾਤ ਕਰਵਾਉਣ ਤੇ ਮੁਹਰ ਲਗਾਈ ਗਈ। ਆਖਰ ਉਹ ਸਮਾਂ ਤੇ ਦਿਨ ਵੀ ਆ ਗਿਆ ਜਦੋਂ ਮਾਂ ਨੇ ਆਪਣੇ ਪੁੱਤ ਅਤੇ ਇੱਕ ਪਤਨੀ ਨੇ ਆਪਣੇ ਪਤੀ ਨੂੰ ਮਿਲਣਾ ਸੀ। ਯਾਦਵ ਦੀ ਮਾਂ ਤੇ ਪਤਨੀ ਮੁਲਾਕਾਤ ਦੇ ਲਈ ਪਾਕਿਸਤਾਨ ਦੇ ਇਸਲਾਮਾਬਾਦ ਪਹੁੰਚੇ। 25 ਦਸੰਬਰ 2017 ਨੂੰ ਮਾਂ ਤੇ ਪਤਨੀ ਨੇ ਯਾਦਵ ਨਾਲ ਮੁਲਾਕਾਤ ਕੀਤੀ। ਰਾਬਤੇ ਤੋਂ ਪਹਿਲਾਂ ਭਾਰਤੀ ਐਮਬੈਸੀ ਦੇ ਅਫਸਰਾਂ ਦੀ ਜੇਲ੍ਹ 'ਚ ਐਂਟਰੀ ਬੈਨ ਕਰ ਦਿੱਤੀ ਗਈ। ਇੱਥੋਂ ਤੱਕ ਕਿ ਯਾਦਵ ਦੀ ਮਾਂ ਤੇ ਪਤਨੀ ਅੱਗੇ ਵੀ ਕਈ ਅਹਿਮ ਸ਼ਰਤਾਂ ਰੱਖੀਆਂ, ਪਰ ਪੁੱਤਰ ਦੇ ਦੀਦਾਰ ਲਈ ਸਭ ਸ਼ਰਤਾਂ ਪਰਿਵਾਰ ਮੰਨਣ ਲਈ ਤਿਆਰ ਸੀ। ਯਾਦਵ ਦੀ ਮਾਂ ਤੇ ਪਤਨੀ ਦੀ ਬਿੰਦੀ ਅਤੇ ਮੰਗਲ ਸੂਤਰ ਉਤਰਵਾ ਲਏ ਗਏ। ਯਾਦਵ ਦੀ ਮਾਂ ਸਿਰਫ ਸਾੜੀ ਪਹਿਨਦੀ ਹੈ, ਪਰ ਇਸ ਮੁਲਾਕਾਤ ਤੋਂ ਪਹਿਲਾਂ ਉਹਨਾਂ ਸਲਵਾਰ ਕੁਰਤਾ ਪਹਿਨਣ ਲਈ ਮਜਬੂਰ ਕੀਤਾ ਗਿਆ। ਇਹਨਾਂ ਦੋਵਾਂ ਸੁਹਾਗਣਾਂ ਨੂੰ ਇੱਕ ਵਿਧਵਾ ਦੀ ਤਰ੍ਹਾਂ ਪੇਸ਼ ਕੀਤਾ ਗਿਆ ਤੇ ਮੁਲਾਕਾਤ ਇੱਕ ਬੰਦ ਕਮਰੇ 'ਚ CCTV ਕੈਮਰੇ ਦੀ ਨਿਗਰਾਨੀ ਹੇਠ ਕਰਵਾਈ ਗਈ।
ਮੁਲਾਕਾਤ ਦੌਰਾਨ ਯਾਦਵ ਤੇ ਉਸਦੇ ਪਰਿਵਾਰ ਵਿਚਾਲੇ ਇੱਕ ਸ਼ੀਸ਼ੇ ਦੀ ਦੀਵਾਰ ਬਣਾਈ ਗਈ। ਪਾਕਿਸਤਾਨ ਦੇ ਇਸ ਰਵੱਈਏ ਤੇ ਭਾਰਤ ਨੇ ਸਖਤ ਨਿੰਦਾ ਕੀਤੀ। ਉਸ ਸਮੇਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ 'ਚ ਇਸ ਮੁੱਦੇ ਤੇ ਚਰਚਾ ਵੀ ਕੀਤੀ ਅਤੇ ਪਾਕਿस्तान ਨੂੰ ਝਾੜ ਪਾਈ। इस मुलाकात से उपजी आपत्तियों को हमने राजनयिक माध्यमों के जरिए पाकिस्तान को भी बता दिया है। उनमें से कुछ का उल्लेख मैं सदन में करना चाहूंगी। सबसे पहला, सभापति जी, हमारे बीच ये स्पष्ट समझौता था कि मीडिया को श्री यादव की मां और पत्नी के नजदीक आने की अनुमति नहीं दी जाएगी, लेकिन पाकिस्तानी प्रेस को न केवल परिवार के समीप आने का मौका दिया गया, बल्कि उन्हें तरह तरह के अपशब्दों से संबोधित करके परेशान किया गया, ताने उल्हाने दिए गए, उन पर झूठे आरोप लगाए गए और उनके सामने श्री यादव को जबरन आरोपी सिद्ध करने का प्रयास किया गया। दूसरा, सुरक्षा के नाम पर परिवार के सदस्यों के कपड़े तक बदलवा दिए गए और पहनने के लिए अपनी ओर से वस्त्र दिए गए। श्री यादव की मां जो केवल साड़ी पहनती हैं, उन्हें साड़ी के बजाय सलवार कुर्ता पहनने पर मजबूर किया गया। उनकी पत्नी की बिंदी, चूड़ियां और मंगलसूत्र भी उतरवा दिए गए। यहाँ सुधार करना चाहती हूँ, केवल पत्नी की नहीं, उनकी मां के भी चूड़ी, बिंदी और मंगलसूत्र उतरवा दिया गया। और यहाँ सदन में मुझसे कोई गलत बयानी न हो जाए, इसलिए आज सुबह मैंने उनकी मां से दोबारा बात की और पूछा कि क्या आपकी भी बिंदी, चूड़ी, मंगलसूत्र उतरवाया था? तो उन्होंने भरे गले से कहा कि जिस समय वो मंगलसूत्र उतरवा रही थी तो मैं ये कह रही थी, ये मेरा सुहाग का चिन्ह है, इसे रहने दे, मैंने कभी नहीं उतारा। तो उसने ये कहा, जी मेरी तो मजबूरी है, मुझे तो ऑर्डर है, ऑर्डर का पालन करना है। और उसके बाद जो उन्होंने मुझे कहा कि बैठते ही कुलभूषण ने मुझसे कहा, बाबा कैसे हैं? क्योंकि मेरे माथे पे बिंदी और मेरे गले में मंगलसूत्र ना होने के कारण उसे ये शक हो गया कि शायद उसके पीछे से कोई अशुभ घट गया। और ये कहते कहते उनका गला भर आया। दोनों की, मतलब दोनों सुहागिनों को विधवा के रूप में पति और बेटे के सामने पेश किया। बेअदबी की इससे बड़ी इंतहा पाकिस्तान नहीं कर सकता। सभापति जी, श्री यादव की मां अपने बेटे से मराठी में बात करना चाहती थी, क्योंकि स्वाभाविक रूप से मां और बेटे के लिए अपनी मातृभाषा में ही बात करना सुविधाजनक होता है। किंतु श्री यादव की मां को मराठी में बातचीत करने की इजाजत नहीं दी गई। मीटिंग में साथ बैठी दो पाकिस्तानी अधिकारियों द्वारा लगातार उन्हें रोका गया और जब वो अपनी बात पर डटी रही तो उनका इंटरकॉम बंद कर दिया गया ताकि वो आगे बातचीत ना कर सके। ਮੁਲਾਕਾਤ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਸੀ ਕਿ ਮੀਡੀਆ ਨੂੰ ਕੁਲਭੂਸ਼ਣ ਯਾਦਵ ਦੇ ਪਰਿਵਾਰ ਦੇ ਕਰੀਬ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਪਰ ਪਾਕਿਸਤਾਨੀ ਮੀਡੀਆ ਉਹਨਾਂ ਦੇ ਨਜ਼ਦੀਕ ਹੀ ਨਹੀਂ ਆਈ, ਸਗੋਂ ਉਹਨਾਂ ਨੂੰ ਪੀੜਤ ਵੀ ਕੀਤਾ ਅਤੇ ਤਾਨੇ ਵੀ ਮਾਰੇ। पाकिस्तानी मीडिया के इस रवैये का भारत समेत पूरी दुनिया ने विरोध किया। दरअसल ये तस्वीरां दिखाउणियां भी जरूरी सी, क्योंकि इन्हां तस्वीरां राही साफ हुंदा है कि पाकिस्तान भारतीय कैदियों प्रति किस तरह का व्यवहार करता है। कुलभूषण यादव तो इलावा होर भी कई भारती पाकिस्तान दी जेलों च बंद ने ते एक उम्मीद सहारे समा कट रहे ने। अंतरराष्ट्रीय अदालत के इस फैसले ते भारत ਦੀਆਂ उम्मीदां हरियां होईयां ने ते देश ने इस फैसले का स्वागत किया है। It protected Kulbhushan Yadav, who was on death row, from being executed in a hearing which was put together in a matter of days, and today it has delivered a judgment which has gladdened our hearts and once again restored the faith in the rule of law
in the International Court of Justice and in the systems which we have as mankind put together to protect citizens of the world from state tyranny. We had challenged the conduct of Pakistan in its brazen refusal to adhere to the Vienna Convention and to allow consular access to an Indian. Pakistan all along sought to use the proceedings to make allegations against India of state-sponsored terrorism. It repeatedly played out slides of what it claimed were a passport it had recovered from Jadhav and asserted that India has to explain how this passport was put in place. Not only did the court not get drawn into this, but displaying this passport led to the court rejecting Pakistan's argument that Jadhav's nationality was uncertain. The court said, if you say that there was a passport which you recovered, true or false, the court says if you recovered a passport which you rely on and it was issued by India, you could have had no doubt that he was an Indian. We welcome the judgment delivered just now by the International Court of Justice in The Hague in favor of India in the case relating to Sri Kulbhushan Jadhav. The court, by a vote of 15-1, has upheld India's claim that Pakistan is in egregious violation of the Vienna Convention on Consular Relations 1963 on several counts. We also appreciate the direction by the International Court of Justice that Pakistan should review and reconsider the conviction and sentence given to Sri Jadhav by the Pakistani military court. We note that the court has directed that Pakistan is under an obligation to inform Sri Jadhav without further delay of his rights and to provide Indian consular officers access to him in accordance with the Vienna Convention. We expect Pakistan to implement the directive immediately. This landmark judgment validates India's position on this matter fully. We will continue to work vigorously for Sri Kulbhushan Jadhav's early release and return to India. न्याय हमारे पक्ष में है। यादव को जबरन किडनैप करके ईरान से ले जाया गया था। 3 मार्च को किडनैप किया, 25 मार्च को हमको बताया, बीच में इसको इतना टॉर्चर करके इससे बेचारे से क्या क्या नहीं कबूल करवाया और फिर एक कांगरू कोर्ट, फौजी कोर्ट के सामने खड़ा करके सजाए मौत दे दी गई है। ये तो एक हत्याकांड है। सबसे पहले तो मैं अपनी सरकार को बधाई देना चाहूंगी, मोदी जी और सुषमा जी को, जिन्होंने कि बिना देरी किए अंतर्राष्ट्रीय अदालत का रुख किया और आज हमारे पक्ष में जो है ये फैसला आया। इससे उम्मीदें जागी हैं और अब खतरा जो है कुलभूषण यादव के ऊपर से टल चुका। वे उसे नुकसान नहीं पहुंचा सकते किसी तरह से भी, जैसा कि सरबजीत के बारे में उन्होंने एक बेईमानी जेल के अंदर जो की थी, ऐसा भी नहीं कर सकते क्योंकि अंतर्राष्ट्रीय अदालत तक बात पहुंची है। दूसरा, जैसा कि अभी वहाँ पर हमारे दूतावास वाले उसको मिलेंगे, वे अपनी सारी बात उनको बता पाएगा, वह हमारी भारत सरकार तक पहुंचेगी और जो वकील हैं वे भी उन्हें मिलेंगे और वे केस लड़ेंगे। लेकिन यहाँ पर एक शंका जरूर होती है कि जैसा सरबजीत के केस में वकील पाकिस्तानी थे, जैसा मैं मांग करती रही थी अपनी सरकार के पास कि हम अपना वकील यहाँ से भेजा जाए जो कि जाकर अपना पक्ष रख पाए, वो ईमानदारी से केस नहीं लड़ रहे हैं। तो इस पर हमारी सरकार को विचार करना चाहिए कि वकील हमारा हिंदुस्तानी हो जो जाकर वहाँ पर अपने पक्ष को रखे, तो हमारी जो रिहाई है वे जल्द जो है वे संभव हो सकती है। बिल्कुल, पाकिस्तान पर भरोसा नहीं होता लोगों को, चाहे एक तरफ से बात चल रही हो पर दूसरी तरफ से कुछ न कुछ संदेह बना रहता है। इस मामले में आपको ऐसा कुछ लगता है? हाँ, जैसा कि आज ही वहाँ पर फैसला हुआ तो 16 जज में से एक जज जो है पाकिस्तानी थे, तो वो हमारे पक्ष में गए ही नहीं, उन्होंने वो बोले ही नहीं। तो पाकिस्तानी वकील हो, जज हो, कोई भी हो, पुलिस वाला हो, वो उन्हीं के लोग हैं, वो उन्हीं की बात करेंगे, हमारी बात तो करेंगे नहीं, हमारी बात से वे सहमत नहीं होंगे, चाहे बेशक उनका रिपोर्टर ही क्यों ना हो। तो इसलिए ज़रूरी है कि हम वकील जो है हमारा हिंदुस्तानी हो। अभिनंदन की वापसी के बाद आपको लग रहा है कि जाधव की भी जल्द वापसी होगी?
बिल्कुल जल्द नहीं अगर हुई तो थोड़ी आनाकानी अगर नखरेबाजी की भी पाकिस्तान ने तो, लेकिन छोड़ना इसे जरूर पड़ेगा, ये इसकी मजबूरी होगी। यदि नहीं छोड़ता है, उस बात को नहीं मानता है, तो इसकी पूरी दुनिया के अंदर जो है वह बदनामी होगी। अकेला जैसा अभी आज अगर देखा जाए तो अंतर्राष्ट्रीय स्तर पर ये आज अकेला पड़ा। सभी जजेस का जो फैसला था हमारे पक्ष में था, उन्होंने हमारी हाँ में हाँ मिलाई और हमें आज वहाँ पर इंसाफ मिला। आज भारत की जीत हुई है, सच्चाई की जीत हुई है, जादव की जीत हुई है और आज हमारे भारत की मीडिया की जीत हुई है, जिन्होंने कि ये साबित किया कि जो जादव है इसे अगवा किया गया था, ना कि जादव वहां पर जासूसी करने गया था। ਸਾਂਝਾ ਸਪੈਸ਼ਲ ਦੇ ਵਿੱਚ ਇੰਨਾ ਹੀ। ਦੇਸ਼ ਤੇ ਦੁਨੀਆ ਦੀ ਹਰ ਵੱਡੀ ਖਬਰ ਲਈ ਤੁਸੀਂ ਬਣੇ ਰਹੋ ABP ਸਾਂਝਾ ਦੇ ਨਾਲ।